ਗੁੱਡ ਮਾਰਨਿੰਗ ਸਟੂਡੈਂਟਸ। ਰਾਜੇ ਆਪਣਾ ਲੈਸਨ ਇਕਨੋਮਿਕਸ ਦਾ ਚੱਲ ਰਿਹਾ ਸੀ, ਇਨਫਰਾਸਟਰਕਚਰ ਆਫ ਇੰਡੀਅਨ ਇਕੋਨਮੀ। ਤਾਂ ਉਸ ਦੇ ਵਿੱਚ ਲਾਸਟ ਟੌਪਿਕ ਹੈ ਜਿਹੜਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ, ਉਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ। ਸਰਵਜਨਿਕ ਵੰਡ ਪ੍ਰਣਾਲੀ, ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਨੂੰ PDS ਵੀ ਕਹਿੰਦੇ ਆ। ਕਈ ਵਾਰ ਕੁਐਸਚਨ ਆ ਜਾਂਦਾ ਹੈ ਕਿ ਵਾਟ ਇਜ਼ ਦਾ ਫੁੱਲ ਫਾਰਮ ਆਫ PDS, ਤਾਂ ਇਹ ਹੈਗਾ ਇਹ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ। ਹੁਣ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਹੁੰਦਾ ਕੀ ਆ, ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਇਜ਼ ਅ ਸਿਸਟਮ ਇਨ ਵਿਚ ਅ ਗਵਰਨਮੈਂਟ ਆਫ ਅ ਕੰਟਰੀ makes provision to supply essential items like food, grains, sugar, kerosene, etc. to its people, especially the poor people, in fixed quantity at controlled price through fair price shops। ਕਿਸੇ ਵੀ ਦੇਸ਼ ਦੀ ਸਰਕਾਰ ਜਾਂ ਇੰਡੀਅਨ ਗਵਰਨਮੈਂਟ ਹੈ ਜਿਹੜੀ, ਉਸਨੇ ਪ੍ਰੋਵੀਜ਼ਨ ਬਣਾਇਆ ਕਿ ਜੋ ਇਸੈਂਸ਼ੀਅਲ ਆਈਟਮਸ ਨੇ, ਇਸੈਂਸ਼ੀਅਲ ਆਈਟਮਸ ਆਪਣੀਆਂ ਕੀ ਮਤਲਬ ਜੋ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਜ਼ਰੂਰੀ ਨੇ। ਕੀ ਜ਼ਰੂਰੀ ਹੈ? ਫੂਡ, ਗ੍ਰੇਨ, ਸ਼ੂਗਰ, ਕੈਰੋਸੀਨ, ਆਇਲ, ਇਹ ਸਾਰੀਆਂ ਚੀਜ਼ਾਂ ਜ਼ਰੂਰੀ ਹੁੰਦੀਆਂ ਸਪੈਸ਼ਲੀ ਪੂਅਰ ਪੀਪਲ ਦੇ ਲਈ। ਤਾਂ ਉਹ ਸਾਰੀਆਂ ਐਸੈਂਸ਼ੀਅਲ ਗੁੱਡਸ ਹੈ ਜਿਹੜੀਆਂ ਉਹ ਫਿਕਸਡ ਕੁਆਂਟਿਟੀ ਦੇ ਵਿੱਚ, ਪੂਰੀ ਮਾਤਰਾ ਦੇ ਵਿੱਚ, ਰੀਜ਼ਨੇਬਲ ਪ੍ਰਾਈਸ 'ਤੇ ਫੇਅਰ ਪ੍ਰਾਈਸ ਸ਼ਾਪਸ ਦੇ ਥਰੂ ਲੋਕਾਂ ਨੂੰ ਮੁਹੱਈਆ ਕਰਵਾਉਣਾ, ਇਸ ਨੂੰ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਕਹਿੰਦੇ ਆ। ਫੇਅਰ ਪ੍ਰਾਈਸ ਸ਼ਾਪਸ ਜਿਸ ਤਰ੍ਹਾਂ ਦੇ ਨਾਲ ਰਾਸ਼ਨ ਡੀਪੂ ਹੁੰਦੇ ਆ, ਜਿਹੜੇ ਡੀਪੂ ਆਪਣੇ ਹਰੇਕ ਪਿੰਡ ਦੇ ਵਿੱਚ ਹੁੰਦੇ ਆ, ਸ਼ਹਿਰਾਂ ਦੇ ਵਿੱਚ ਵੀ ਹੁੰਦੇ ਆ, ਤਾਂ ਉਹ ਫੇਅਰ ਪ੍ਰਾਈਸ ਸ਼ਾਪਸ ਆ। ਉੱਥੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਲੋਕਾਂ ਨੂੰ ਚੀਜ਼ਾਂ ਏ ਜਿਹੜੀਆਂ ਉਹ ਮੁਹੱਈਆ ਕਰਵਾਈਆਂ ਜਾਂਦੀਆਂ ਏ। ਜਿਹੜੇ ਹੈਗੇ ਆ ਬਕਾਇਦਾ ਕਾਰਡ ਵਗੈਰਾ ਬਣੇ ਹੋਏ ਹੁੰਦੇ ਆ। ਤਾਂ ਇਸ ਨੂੰ ਜਿਹੜਾ ਹੈਗਾ ਅਸੀਂ, ਇਹ ਸਿਸਟਮ ਹੈ ਜਿਹੜਾ ਉਸ ਨੂੰ ਅਸੀਂ PDS ਕਹਿ ਦਿੰਦੇ ਹਾਂ। ਕੌਨਸਟੀਟੂਐਂਟਸ ਆਫ PDS, ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦੇ ਸਾਧਨ ਕਿਹੜੇ ਕਿਹੜੇ ਆ ਜਿਨ੍ਹਾਂ ਦੇ ਥਰੂ ਗਵਰਨਮੈਂਟ ਦੇਸ਼ ਦੀ ਜਨਤਾ ਨੂੰ ਰਾਸ਼ਨ ਹੈ ਜਿਹੜਾ ਉਹ ਮੁਹੱਈਆ ਕਰਵਾਉਂਦੀ ਹੈ। ਤਾਂ ਸਭ ਤੋਂ ਪਹਿਲਾਂ ਆ ਜਾਂਦਾ ਹੈ ਪਬਲਿਕ ਪ੍ਰੋਕਿਉਰਮੈਂਟ ਸਿਸਟਮ, ਸਰਵਜਨਿਕ ਖਰੀਦ ਪ੍ਰਣਾਲੀ, ਬਫਰ ਸਟਾਕ, ਜਮ੍ਹਾਂ ਹੋਇਆ ਸਟਾਕ, ਫੇਅਰ ਪ੍ਰਾਈਸ ਸ਼ਾਪਸ, ਰਾਸ਼ਨ ਡੀਪੂ ਦੇ ਥਰੂ। ਸਭ ਤੋਂ ਪਹਿਲਾਂ ਆਪਾਂ ਪਬਲਿਕ ਪ੍ਰੋਕਿਉਰਮੈਂਟ ਸਿਸਟਮ ਦੇ ਬਾਰੇ ਪੜ੍ਹਾਂਗੇ। ਫਸਟਲੀ ਆਉਂਦਾ ਹੈ ਪਬਲਿਕ ਪ੍ਰੋਕਿਉਰਮੈਂਟ ਸਿਸਟਮ। In 1988, over 14 million tons of food grain were procured by the government। ਇਸ ਦੇ ਵਿੱਚ ਕੀ ਹੁੰਦਾ ਹੈ ਕਿ ਸਰਕਾਰ ਰੀਜ਼ਨੇਬਲ ਪ੍ਰਾਈਸ ਦੇ ਪਹਿਲਾਂ ਆਪ ਅਨਾਜ ਵਗੈਰਾ ਜੋ ਖਰੀਦ ਲੈਂਦੀ ਹੈ, ਉਸ ਤੋਂ ਬਾਅਦ ਜਿਹੜਾ ਹੈਗਾ ਲੋਕਾਂ ਨੂੰ ਵੰਡਿਆ ਜਾਂਦਾ ਹੈ ਰੀਜ਼ਨੇਬਲ ਪ੍ਰਾਈਸ ਦੇ ਉੱਪਰ, ਘੱਟ ਤੋਂ ਘੱਟ ਪ੍ਰਾਈਸ ਦੇ ਉੱਪਰ। ਤਾਂ 1988 ਦੇ ਵਿੱਚ ਜਦੋਂ ਇਹ ਸ਼ੁਰੂ ਕੀਤਾ ਗਿਆ ਤਾਂ ਉਸ ਟਾਈਮ 'ਤੇ 14 ਮਿਲੀਅਨ ਟਨ ਫੂਡ ਗ੍ਰੇਨ ਸੀ ਜਿਹੜਾ ਗਵਰਨਮੈਂਟ ਦੇ ਦੁਆਰਾ ਖਰੀਦਿਆ ਗਿਆ ਐਟ ਪ੍ਰੋਕਿਉਰਮੈਂਟ ਪ੍ਰਾਈਸ, ਰੀਜ਼ਨੇਬਲ ਪ੍ਰਾਈਸ ਉੱਪਰ। 2006 ਦੇ ਵਿੱਚ ਇਸ ਦੀ ਜੋ ਫਿਗਰ ਹੈ ਉਹ ਵੱਧ ਕੇ 26.4 ਮਿਲੀਅਨ ਟਨ ਹੋ ਚੁੱਕੀ ਸੀ। ਮਤਲਬ ਕਿ ਲਗਾਤਾਰ ਜਿਹੜਾ ਹੈਗਾ ਵਾਧਾ ਹੋ ਰਿਹਾ, ਵੀ ਸਰਕਾਰ ਬਹੁਤ ਜ਼ਿਆਦਾ ਅਨਾਜ ਹੈ ਜਿਹੜਾ ਉਹ ਖਰੀਦ ਰਹੀ ਹੈ ਅਤੇ ਲਗਾਤਾਰ ਜੋ ਗਰੀਬ ਜਨਤਾ ਨੂੰ ਦੇ ਰਹੀ ਹੈ। ਜਿਸ ਤਰ੍ਹਾਂ ਦੇ ਨਾਲ ਸਕੀਮ ਆਪਣੇ ਵੀ ਲਾਂਚ ਹੋਈ ਸੀਗੀ ਕਿ 2 ਰੁਪਏ ਕਿਲੋ ਆਟਾ ਹੈ, 3 ਰੁਪਏ ਕਿਲੋ ਦਾਲ ਹੈ। ਇਸ ਤਰੀਕੇ ਦੇ ਨਾਲ ਗਰੀਬ ਜਨਤਾ ਦੀ ਸਹਾਇਤਾ ਕਰਨੀ, ਉਹਨਾਂ ਦੇ ਜਿਹੜੇ ਕਾਰਡ ਵਗੈਰਾ ਬਣੇ ਹੁੰਦੇ ਆ ਉਹਨਾਂ ਉੱਪਰ, ਹੈ ਨਾ। ਤਾਂ ਉਹ ਸਿਸਟਮ ਜਿਹੜਾ ਹੈਗਾ ਇਹੀ ਮੰਨਿਆ ਜਾਂਦਾ ਹੈ। ਨੈਕਸਟ ਆ ਗਿਆ ਬਫਰ ਸਟਾਕ। ਬਫਰ ਸਟਾਕ ਕੀ ਹੈ? ਕਹਿੰਦੇ ਬਲੈਕ ਮਾਰਕੀਟਿੰਗ ਇਨ ਦਾ ਫੂਡ ਗ੍ਰੇਨ ਕੈਨ ਬੀ ਚੈੱਕਡ ਇਫ ਦਾ ਗਵਰਨਮੈਂਟ ਹੈਜ਼ ਬਫਰ ਸਟਾਕ। ਬਲੈਕ ਮਾਰਕੀਟਿੰਗ ਤਾਂ ਚੈੱਕ ਹੋ ਸਕਦੀ ਹੈ ਜੇਕਰ ਕਹਿੰਦੇ ਗਵਰਨਮੈਂਟ ਦੇ ਕੋਲ ਬਫਰ ਸਟਾਕ ਹੋਵੇ ਆਪਦਾ। ਫੂਡ ਗ੍ਰੇਨਸ ਐਂਡ ਐਡੀਕੁਏਟ ਸਟੋਰੇਜ ਫੈਸਿਲਿਟੀਜ਼, ਫੂਡ ਗ੍ਰੇਨ ਦਾ ਬਫਰ ਸਟਾਕ ਹੋਵੇ ਅਤੇ ਵਧੀਆ ਮਾਤਰਾ ਦੇ ਵਿੱਚ ਸਟੋਰੇਜ ਦੀ ਫੈਸਿਲਿਟੀ ਹੋਵੇ। ਇਨ ਇੰਡੀਆ ਵੀ ਹੈਵ ਮੈਨੀ ਵੇਅਰ ਹਾਊਸਿਸ। ਇੰਡੀਆ ਦੇ ਵਿੱਚ ਬਹੁਤ ਸਾਰੇ ਵੇਅਰ ਹਾਊਸਿਸ ਆ। ਵੇਅਰ ਹਾਊਸਿਸ ਹੁੰਦੇ ਆ ਗੋਦਾਮ, ਜਿੱਥੇ ਆਪਾਂ ਵਧੀਆ ਫੈਸਿਲਿਟੀ ਦੇ ਵਿੱਚ ਅਨਾਜ ਹੈ ਜਿਹੜਾ ਸਟੋਰ ਕਰ ਸਕਦੇ ਹਾਂ, ਜਾਂ ਬਹੁਤ ਜ਼ਿਆਦਾ ਮਾਤਰਾ ਵਿੱਚ ਅਨਾਜ ਸਟੋਰ ਕੀਤੇ ਜਾਂਦੇ ਆ। ਇੰਪੋਰਟੈਂਟ ਅਮੰਗ ਦੈਮ ਆਰ ਦਾ ਵੇਅਰ ਹਾਊਸਿਸ ਆਫ ਫੂਡ ਕਾਰਪੋਰੇਸ਼ਨ ਆਫ ਇੰਡੀਆ। ਇਹਨਾਂ ਦੇ ਵਿੱਚੋਂ ਇੰਪੋਰਟੈਂਟ ਕਿਹੜੇ ਆ?
ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਜਿਹੜੇ ਗੋਦਾਮ ਆ। ਤਾਂ ਇਹ ਕਾਰਪੋਰੇਸ਼ਨ ਦਾ ਕੀ ਕੰਮ ਹੈ? ਦਾ ਕਾਰਪੋਰੇਸ਼ਨ ਹੈਜ਼ ਗੋਟ ਇਟਸ ਵੇਅਰ ਹਾਊਸ ਥਰੂ ਆਊਟ ਦਾ ਇੰਡੀਆ, ਸਾਰੇ ਇੰਡੀਆ ਦੇ ਵਿੱਚ ਹੀ ਹੈਗੇ ਇਹਨਾਂ ਦੇ ਜੋ ਵੇਅਰ ਹਾਊਸਸ ਆ। ਇਟ ਸਟੋਰ ਐਗਰੀਕਲਚਰ ਗੁੱਡਸ, ਇਹਨਾਂ ਨੇ ਕੀ ਕਰਨਾ ਹੈ? ਐਗਰੀਕਲਚਰ ਗੁੱਡਸ ਨੂੰ ਸਟੋਰ ਕਰਦੇ ਆ। ਐਂਡ ਰਿਲੀਜ਼ ਸਟਾਕ ਅੰਡਰ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ, ਤੇ ਇਸ ਸਟਾਕ ਨੂੰ ਕਦੋਂ ਰਿਲੀਜ਼ ਕਰਦੇ ਆ? ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦੇ ਅੰਡਰ, ਜਦੋਂ ਕਿ ਜਨਤਾ ਨੂੰ ਇਸ ਦੀ ਜ਼ਰੂਰਤ ਹੁੰਦੀ ਹੈ ਤਾਂ ਉਦੋਂ ਰੀਜ਼ਨੇਬਲ ਪ੍ਰਾਈਸ 'ਤੇ ਘੱਟ ਤੋਂ ਘੱਟ ਦਾਮ 'ਤੇ ਲੋਕਾਂ ਨੂੰ ਜਿਹੜਾ ਹੈਗਾ ਦਿੱਤਾ ਜਾਂਦਾ ਹੈ। ਤੀਸਰਾ ਆ ਗਿਆ ਆਪਣੇ ਕੋਲ ਫੇਅਰ ਪ੍ਰਾਈਸ ਸ਼ਾਪਸ, ਰਾਸ਼ਨ ਡਿਪੂ ਜਿਹੜੇ ਆਪਾਂ ਕਹਿ ਦਿੰਦੇ ਹਾਂ, ਪਿੰਡਾਂ ਦੇ ਵਿੱਚ ਵੀ ਹੁੰਦੇ ਆ, ਸ਼ਹਿਰਾਂ ਦੇ ਵਿੱਚ ਵੀ ਹੁੰਦੇ ਆ। The system of public distribution in India operates fairly successful through a network of fair price shops selling food grains, sugar, kerosene, soft coke etc. ਕਹਿੰਦੇ ਕਿ ਜੋ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਚਲਾਇਆ ਗਿਆ ਸਰਕਾਰ ਦੁਆਰਾ ਉਹ ਸਕਸੈਸਫੁਲੀ ਕਿਵੇਂ ਹੋਇਆ? ਉਹ ਸਕਸੈਸਫੁਲੀ ਤਾਂ ਚੱਲਿਆ ਕਿਉਂਕਿ ਇਹ ਸਾਰਾ ਸਿਸਟਮ ਫੇਅਰ ਪ੍ਰਾਈਸ ਸ਼ਾਪ ਦੇ ਥਰੂ ਹੀ ਚੱਲਿਆ। ਫੇਅਰ ਪ੍ਰਾਈਸ ਸ਼ਾਪ ਜਿਹੜੇ ਸੀ ਡੀਪੂਆਂ ਦੇ ਥਰੂ ਹੀ ਫੂਡ ਗ੍ਰੇਨ, ਸ਼ੂਗਰ, ਕੈਰੋਸੀਨ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵੇਚੀਆਂ ਗਈਆਂ। ਐਟ ਪ੍ਰੈਜ਼ੈਂਟ ਵੀ ਆਰ ਹੈਵਿੰਗ ਅਰਾਊਂਡ 4.37 ਲੱਖ ਫੇਅਰ ਪ੍ਰਾਈਸ ਸ਼ਾਪ, ਸਾਡੇ ਕੋਲ ਹੁਣ 4.37 ਲੈਕਸ ਦੇ ਕਰੀਬ ਫੇਅਰ ਪ੍ਰਾਈਸ ਸ਼ਾਪਸ ਨੇ, ਇੰਨੇ ਡੀਪੂ ਹੈ ਜਿਹੜੇ ਖੁੱਲ੍ਹ ਚੁੱਕੇ ਆ। ਇਨ 1988 23 million tons of food grain and in 2006 26.8 million tons of food grain were distributed through these fair price shops। 1988 ਦੇ ਵਿੱਚ ਜਿਹੜਾ ਸੀਗਾ 23 ਮਿਲੀਅਨ ਟਨ ਫੂਡ ਗ੍ਰੇਨ ਤੇ 2006 ਦੀ ਗੱਲ ਕਰੀਏ ਤਾਂ 2006 ਦੇ ਵਿੱਚ 26.8 ਮਿਲੀਅਨ ਟਨ ਫੂਡ ਗ੍ਰੇਨ ਆ ਜਿਹੜਾ ਇਹਨਾਂ ਫੇਅਰ ਪ੍ਰਾਈਸ ਸ਼ਾਪ ਦੇ ਥਰੂ ਹੀ ਜਿਹੜਾ ਹੈਗਾ ਡਿਸਟ੍ਰੀਬਿਊਟ ਕੀਤਾ ਗਿਆ ਹੈ ਜਿਹੜੀ ਹੈਗੀ ਆਪਣੀ ਗਰੀਬ ਜਨਤਾ ਨੂੰ। ਸੋ ਇਹ ਸੀ ਰਾਜੇ ਆਪਣਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ PDS ਤੇ ਉਸ ਦੀਆਂ 3 ਕਨਸਟੀਟੂਐਂਸੀਜ਼। ਥੈਂਕ ਯੂ।